अस्सलाम वालेकुम नाजरीन। DMH न्यूज़ तो रोमियो जालो ਤੁਹਾਨੂੰ ਸਲਾਮ ਪੇਸ਼ ਕਰਦਾ ਹੈ। ਨਾਜ਼ਰੀਨ, ਤੁਹਾਡੇ ਵਾਸਤੇ ਅਸੀਂ ਮੁxtਲਿਫ ਪ੍ਰੋਗਰਾਮ ਲਿਆਉਂਦੇ ਰਹਿੰਦੇ ਹਾਂ, ਲੇਕਿਨ ਅੱਜ ਇੱਕ ਛੋਟਾ ਜਿਹਾ ਇੰਟਰਟੇਨਮੈਂਟ ਦਾ ਜ਼ਰੀਆ ਜਿਹਨੂੰ ਅਸੀਂ ਸਲਮਾ ਕਹਿੰਦੇ ਸੀਗੇ, ਉਹ ਲਿਆਂਦਾ ਤੁਹਾਡੇ ਸਾਹਮਣੇ। ਉਹਦਾ ਮੌਜੂ ਲਿਆਂਦਾ ਕਿ ਉਹ ਸੈਲਮੀਆਂ ਦੀ ਕੀ ਹਾਲਤ ਹੋ ਗਈ ਹੈ। ਉਹ ਸੈਲਮੀਆਂ 'ਚ ਫਿਲਮਾਂ ਲੱਗਣੀਆਂ ਬੰਦ ਹੋ ਗਈਆਂ, ਜਿਹੜਾ ਕਿਸੇ ਜ਼ਮਾਨੇ 'ਚ ਬੜੀਆਂ ਫਿਲਮਾਂ ਲੱਗਦੀਆਂ ਸੀਗੀਆਂ, ਲੋਕੀ ਰਸ਼ ਹੁੰਦਾ ਸੀਗਾ ਔਰ ਬੜੇ ਬੜੇ ਪਿਆਰੇ ਐਕਟਰ ਹੁੰਦੇ ਸੀਗੇ ਔਰ ਬੜੀ ਬੜੀ ਪਿਆਰੀ ਐਕਟਿੰਗ ਕਰਦੇ ਸੀਗੇ। ਲੇਕਿਨ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਐਸਾ ਐਕਟਰ ਨਹੀਂ ਪੈਦਾ ਹੋਇਆ ਜਿਹੜਾ ਉਹਨੇ ਕਿਸੇ ਫਿਲਮ 'ਚ ਜਾਨ ਪੈਦਾ ਕੀਤੀ ਹੋਵੇ, ਜਾਂ ਉਹ ਸਿਫਾਰਸ਼ੀ ਨੇ ਜਾਂ ਉਹ ਕਿਸੇ ਤਰੀਕੇ ਨਾਲ ਫਿਲਮਾਂ 'ਚ ਆਏ। ਲੇਕਿਨ ਫਿਲਮਾਂ ਫਲॉप ਹੋ ਗਈਆਂ, ਫਿਲਮਾਂ ਲੋਕ ਦੇਖਣਾ ਬੰਦ ਕਰਤੀਆਂ ਲੋਕਾਂ ਨੇ। ਇਸ ਕਰਕੇ ਨਾ ਉਹ ਗਾਣੇ ਰਹੇ, ਨਾ ਉਹ ਡਾਇਲੌਗ ਰਹੇ, ਨਾ ਉਹ ਕਹਾਣੀਆਂ ਰਹੀਆਂ, ਨਾ ਉਹ ਲਿਖਣ ਵਾਲੇ ਰਹੇ, ਨਾ ਉਹ ਗਾਣੇ ਲਿਖਣ ਵਾਲੇ ਰਹੇ, ਨਾ ਉਹ ਮੌਸੀਕਾਰ ਰਹੇ। ਸ਼ਾਨਦਾਰ ਮੌਸੀਕੀ ਹੁੰਦੀ ਸੀ, ਸ਼ਾਨਦਾਰ ਗਾਣੇ ਹੁੰਦੇ ਸੀਗੇ। ਅਤੇ ਅੱਜ ਕੱਲ੍ਹ ਦੇ ਐਕਟਰਾਂ ਨੂੰ ਨਾ ਬੋਲਣਾ ਆਉਂਦਾ ਹੈ, ਨਾ ਜਾਣਨਾ ਆਉਂਦਾ ਹੈ। ਹੁਣ ਤੁਸੀਂ, ਮੈਂ ਮਿਸਾਲ ਦਿੰਦਾ, ਮੈਂ ਕਿਸੇ ਨੂੰ ਇਤਰਾਜ਼ ਨਹੀਂ ਕਰਾਂਗਾ, ਸਾਡੇ ਐਸੇ ਐਕਟਰ ਵੀ ਨੇ ਜਿਨ੍ਹਾਂ ਨੂੰ ਬੋਲਣਾ ਹੀ ਨਹੀਂ ਆਉਂਦਾ, ਆਵਾਜ਼ ਨਹੀਂ ਮੂੰਹ 'ਚੋਂ ਨਿਕਲਦੀ। ਜਾਂ ਉਹ ਕਿਸੇ ਫਿਲਮ ਐਕਟਰ ਦਾ ਮੁੰਡਾ ਹੁੰਦਾ, ਜਾਂ ਉਹ ਕਿਸੇ ਹਦਾਇਤਕਾਰ ਦਾ ਮੁੰਡਾ ਹੁੰਦਾ। ਇਸ ਕਰਕੇ ਸਾਡੀ ਫਿਲਮ ਇੰਡਸਟਰੀ ਰਹਿ ਗਈ ਹੈ। ਮੈਂ ਇਹ ਨਹੀਂ ਕਹਾਂਗਾ ਕਿ ਸ਼ਾਨ ਨੂੰ ਨਹੀਂ ਬੋਲਣਾ ਆਉਂਦਾ, ਜਾਂ ਸ਼ਾਨ ਮਤਲਬ ਹੈ ਉਹਨਾਂ 'ਚ ਐਕਟਨ ਦੇ ਜ਼ਰਿਆਤ ਨਹੀਂ ਹੈ। ਜਿਹੜੇ ਪਹਿਲੇ ਸੁਧੀਰ ਹੁੰਦਾ ਸੀਗਾ, ਸੁਲਤਾਨ ਰਾਈ ਹੁੰਦਾ ਸੀਗਾ, ਜਾਂ ਹਬੀਬ ਹੁੰਦਾ ਸੀਗਾ, ਮਤਲਬ ਐਸੇ ਐਕਟਰ ਹੁੰਦੇ ਸੀਗੇ ਜਿਹੜੇ ਪਦੈਸ਼ੀ ਤੌਰ 'ਤੇ ਉਹ ਐਕਟਿੰਗ ਕਰਦੇ ਸੀ। ਉਹ ਕੁਛ ਠੋਕਰਾਂ ਖਾ ਕੇ ਇੱਥੇ ਤੱਕ ਪਹੁੰਚੇ ਸੀ, ਉਹਨਾਂ ਦੇ ਵਿੱਚ ਕੋਈ ਨਾ ਕੋਈ ਅਦਾਕਾਰੀ ਸੀ। ਲੇਕਿਨ ਸਾਡੇ ਨਵੇਂ ਐਕਟਰਾਂ 'ਚ, ਫਿਲਮਾਂ 'ਚ ਖਾਸ ਕਰ, ਕੋਈ ਐਸਾ ਐਕਟਰ ਨਹੀਂ ਆਇਆ ਜਿਹਨੇ ਫਿਲਮ 'ਚ ਜਾਨ ਪਾਈ ਹੋਵੇ ਅਤੇ ਉਹਦੀ ਅਦਾਕਾਰੀ ਕੁਛ ਮਤਲਬ ਹੈ ਲੋਕਾਂ ਨੂੰ ਮਜ਼ਾ ਆਉਂਦਾ ਹੋਵੇ। ਇਸ ਤਰ੍ਹਾਂ ਹੀ ਮਜ਼ਾਹੀਆ ਅਦਾਕਾਰ ਸੀ। ਅਤੇ ਅੱਜ ਅਸੀਂ ਆਏ ਹਾਂ, ਦੇਖਾਂਗੇ ਕਿ ਸੈਲਮੀਆਂ, ਨਾਜ਼ਰੀਨ ਤੁਹਾਨੂੰ ਵਿਖਾਵਾਂਗੇ, ਬੁਰੀ ਹਾਲਤ ਹੈਗੀ ਹੈ। ਕੋਈ ਮਤਲਬ ਸਵਾਰਥੀ ਹਾਲ ਨਹੀਂ ਗਿਆ, ਉਜਾੜ ਪਈ ਗਈ ਹੈ। ਜਿੱਥੇ ਇੱਥੇ ਰਸ਼ ਹੁੰਦਾ ਸੀ, ਗਹਿਮੀ ਹੁੰਦੀ ਸੀਗੀਆਂ, ਬੜੀ ਰੌਣਕਾਂ ਹੁੰਦੀਆਂ ਸੀਗੀਆਂ। ਅੱਜ ਤੁਹਾਨੂੰ ਅਸੀਂ ਉਹ ਸੈਲਮੀਆਂ ਦੇ ਬਾਰੇ 'ਚ ਦੱਸਾਂਗੇ ਅਤੇ ਲੋਕਾਂ ਦੇ ਤਾਸਰਾਤ ਵੀ ਤੁਹਾਨੂੰ ਦੱਸਾਂਗੇ ਉਹ ਕੀ ਕਹਿੰਦੇ ਨੇ। ਚਲੇ ਨਾਜ਼ਰੀਨ, ਤੁਹਾਨੂੰ ਕੁਛ ਦਿਖਾਈਏ ਸਹੀਏ ਸੈਲਮੀਆਂ ਦੀ ਕੀ ਹਾਲਤ ਹੈ। ਭਾਈ ਕੀ ਨਾਮ ਤੁਹਾਡਾ? ਸ਼ਹਜ਼ਾਦ ਸਾਹਿਬ। ਸ਼ਹਜ਼ਾਦ ਸਾਹਿਬ, ਸੈਲਮੀਆਂ ਦੀ ਬੜੀ ਬੁਰੀ ਹਾਲਤ ਹੋਈ ਪਈ ਹੈ ਔਰ ਰੌਣਕਾਂ ਖਤਮ ਹੋ ਗਈਆਂ, ਉਹ ਚੀਜ਼ਾਂ ਖਤਮ ਹੋ ਗਈਆਂ। ਇਹਦੀ ਕੀ ਵਜ੍ਹਾ ਹੈਗੀ ਤੁਹਾਡੇ ਨਜ਼ਦੀਕ? ਕੀ ਵਜ੍ਹਾ? ਸਾਡੀ ਇੰਡਸਟਰੀ ਖਤਮ ਹੋ ਗਈ ਭਰਾ ਜੀ। ਉਹ ਫਿਲਮ ਇੰਡਸਟਰੀ ਹੁੰਦੀ, ਫਿਲਮਾਂ ਬਣਦੀਆਂ ਤੇ ਉਹ ਲੱਗਦੀਆਂ। ਹੁਣ ਜਿਹੜੀਆਂ ਬਣੀਆਂ ਨੇ ਉਹ ਕਰੋਨਾ ਦੀ ਵਜ੍ਹਾ ਨਾਲ ਖਲੋਤੀਆਂ ਹੋਈਆਂ ਨੇ, ਉਹ ਅੱਗੇ ਸਿਨੇਮੇ 'ਚ ਆ ਨਹੀਂ ਰਹੀਆਂ। ਤੇ ਸਿਨੇਮੇ ਸਮਝ ਲਓ 1.5 ਸਾਲ ਹੋ ਗਿਆ, ਜਿਹੜੇ ਕੋਈ ਲੋਕਡਾਊਨ ਦੇ ਬਾਅਦ ਖੁੱਲ੍ਹੇ ਵੀ ਨੇ, ਉਹਨਾਂ 'ਚ ਫਿਲਮ ਨਹੀਂ ਲੱਗੀ। ਕਿ ਥੀਏਟਰ ਖੁੱਲ੍ਹੇ ਨੇ, ਉਹ ਵੀ ਅੱਗੋਂ 5-10 ਦਿਨ ਹੋਏ ਨੇ, ਉਹਨਾਂ 'ਚ ਡਰਾਮੇ ਚੱਲ ਰਹੇ ਨੇ, ਫਿਲਮਾਂ ਜਿਹੜੀਆਂ ਨੇ ਉਹ ਬੰਦ ਹੀ ਨੇ। ਪਹਿਲੇ ਫਿਲਮਾਂ ਬਣਦੀਆਂ ਸੀਗੀਆਂ, ਲੋਕੀ ਉਹਦੇ 'ਚ ਫਨਕਾਰ ਹੁੰਦੇ ਸੀ, ਹਬੀਬ, ਸੁਲਤਾਨ ਰਾਈ। ਉਹ ਖਤਮ ਹੋ ਗਏ ਭਰਾ ਜੀ, ਉਹ ਫਨਕਾਰ ਖਤਮ ਹੋ ਗਏ। ਮੇਰੇ ਵਗਰੇ ਫਨਕਾਰ ਆ ਗਏ, ਪੈਸੇ ਦੇ ਕੇ ਜਿਹੜੇ ਫਿਲਮਾਂ ਬਣਾਉਣ ਲੱਗ ਪਏ, ਤੇ ਉਹਨਾਂ ਨੇ ਇੰਡਸਟਰੀ ਖਤਮ ਕਰ ਦਿੱਤੀ। ਇਹ ਹੋਇਆ। ਨਾਜ਼ਰੀਨ, ਇਹਨਾਂ ਨੇ ਮੇਰਾ ਹੀ ਨਿਚੋੜ ਕੱਢਿਆ ਜੇ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ, ਉਹ ਫਨਕਾਰ ਜਿੱਦੋਂ ਜਹਿਦ ਨਾਲ ਆਏ ਸੀਗੇ। ਜਿਹੜੇ ਇਹ ਫਨਕਾਰ ਆਏ ਨੇ, ਕਿਸੇ ਮਾਂ ਦੇ ਵਸੀਲੇ ਨਾਲ ਆਇਆ, ਕੋਈ ਪਿਓ ਦੇ ਵਸੀਲੇ ਨਾਲ ਆਇਆ, ਕੋਈ ਪੈਸੇ ਦੇ ਕੇ ਆਇਆ, ਅਤੇ ਉਹ ਫਨਕਾਰੀ ਨਹੀਂ ਕਰ ਸਕਦੇ। ਇਸ ਕਰਕੇ ਸਾਡੀ ਫਿਲਮ ਇੰਡਸਟਰੀ ਨੂੰ ਬੜਾ ਨੁਕਸਾਨ ਹੋਇਆ। ਹੁਣ ਅਸੀਂ ਦੂਸਰੇ ਭਾਈਆਂ ਨੂੰ ਪੁੱਛਦੇ ਹਾਂ ਕੀ ਕਹਿੰਦੇ। ਲੋ ਨਾਜ਼ਰੀਨ, ਅਸੀਂ ਹੁਣ ਅਗਲੇ ਭਾਈਆਂ ਕੋਲ ਆਏ ਹਾਂ। ਅਸੀਂ ਮੈਟਰੋਵੇਲ ਦੇ ਇਹ ਬਰਾਂਡੇ 'ਚ ਖਲੋਤੇ हैं, ਜਿੱਥੇ ਬੜੀ ਗਹਿਮੀ ਹੁੰਦੀ ਸੀਗੀ, ਚਾਵਾਂ ਚੱਲਦੀਆਂ ਸੀ, ਬੋਤਲਾਂ ਲੋਕੀ ਪੀਂਦੇ ਸੀਗੇ। ਮਤਲਬ ਇੱਥੇ ਯਕੀਨ ਕਰੋ ਲੇਡੀਜ਼ ਦਾ ਬੜਾ ਰਸ਼ ਹੁੰਦਾ ਸੀਗਾ, ਟਿਕਟ ਵੀ ਬਲੈਕ 'ਚ ਮਿਲਦੀ ਹੁੰਦੀ ਸੀਗੀ। ਅਤੇ ਅਸੀਂ ਭਾਈਆਂ ਨੂੰ ਪੁੱਛਦੇ ਕੀ ਨਾਂ ਤੁਹਾਡਾ? ਸੁਹੇਬ ਸਾਹਿਬ, ਇਹ ਸੈਲਮੀਆਂ ਦੀ ਸੂਰਤ ਹਾਲ ਦੀ ਵਜ੍ਹਾ ਕੀ ਹੋਈ ਹੈ? ਕਿਉਂ ਇਸ ਤਰ੍ਹਾਂ ਇਹਨੂੰ ਇੰਨਾ ਨੁਕਸਾਨ ਹੋਇਆ? ਇਹਦੀ ਤੁਹਾਡੇ ਨਜ਼ਦੀਕ ਕੀ ਸੂਰਤ ਹਾਲ ਹੈ? ਇਹ ਨੁਕਸਾਨ ਦੀ ਵਜੂਹਾਤ ਕੀ? ਖਾਸ ਸਿਰਫ ਇਹੋ ਹੀ ਹੈ ਕਿ ਸਾਡੀ ਜਿਹੜੀ ਗੌਰਮੈਂਟ ਹੈਗੀ ਨਾ, ਇਹ ਬਹੁਤ ਜ਼ਿਆਦਾ ਇਹਨਾਂ ਦੇ ਮਾਮਲੇ 'ਚ ਸਖਤੀ ਲੈ ਰਹੀ ਹੈ। ਅਗਰ ਜਿਸ ਤਰ੍ਹਾਂ ਕਿ ਇਹਨਾਂ ਨੇ ਹਰ ਚੀਜ਼ ਨੂੰ ਖੋਲ੍ਹ ਦਿੱਤਾ ਹੈ, ਇਸ ਟਾਈਮ 'ਤੇ ਹਰ ਬੰਦਾ ਕਾਰੋਬਾਰ ਕਰ ਰਿਹਾ ਹੈ, ਅਤੇ ਇਹਨਾਂ ਦਾ ਇਸ ਟਾਈਮ ਬਹੁਤ ਸੈਟਅਪ ਖਰਾਬ ਹੋਇਆ ਹੋਵੇ। ਸਾਡੇ ਕੋਲ ਪਿਛਲੇ ਦਿਨੋਂ ਇੱਥੇ ਕਾਫੀ ਆਏ ਸੀ ਜਿਹੜੇ ਐਕਟਰ ਸੀ ਸਾਡੇ, ਉਹ ਬਹੁਤ ਇੱਥੇ ਇਸਰਾਰ ਕਰਕੇ ਗਏ ਨੇ ਕਿ ਸਾਨੂੰ ਇਹ ਓਪਨ ਕਰਨ ਦਿਓ ਕਿਸੇ ਤਰੀਕੇ ਨਾਲ। ਸਾਡੀਆਂ ਫਿਲਮਾਂ, ਸਾਡੀ ਹਰ ਲਿਹਾਜ਼ ਨਾਲੋਂ ਇਹ ਸਭ ਕੁਝ ਇਹਨਾਂ ਨੇ ਡੈਡ ਕਰ ਦਿੱਤਾ ਹੈ। ਲੇਕਿਨ ਓਪਨ ਕਰਨਾ ਚਾਹੀਦਾ, ਸਾਡੀ ਗੌਰਮੈਂਟ ਨੂੰ ਇਹ ਇਹਨਾਂ ਦੇ ਬਾਰੇ 'ਚ ਸੋਚਣਾ ਚਾਹੀਦਾ, ਕਿਉਂਕਿ ਇਹਨਾਂ ਦਾ ਸਾਰਾ ਜੋ ਦਾਰੋਮਦਾਰ ਹੈਗਾ ਉਹ ਸਾਰਾ ਇਹਦੇ 'ਤੇ ਟਿਕਿਆ ਹੋਇਆ ਹੈ। ਹੁਣ ਇਹ ਦੇਖੋ ਨਾ ਕੀ ਸੈਟਅਪ ਬਣਿਆ ਹੋਵੇ। ਵਾਕਈ ਤੁਸੀਂ ਹਕੀਕਤਨ ਗੱਲ ਕੀਤੀ ਹੈ ਕਿ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ, ਲੇਕਿਨ ਹੁਣ ਇੱਥੇ ਕੋਈ ਅੰਦਰ ਵੜਦਾ ਵੀ ਨਹੀਂ ਗਾ, ਇੱਥੇ ਪਾਰਕਿੰਗ ਬਣ ਗਈ ਹੈ।
ਮੈਂ ਤੇ ਕੋਈ ਜਿਹੜੀਆਂ ਫਿਲਮਾਂ ਬਣਦੀਆਂ ਸੀ ਪਹਿਲੇ ਜਿਹਦੇ ਵਿੱਚ ਸੀ ਹਬੀਬ ਸੁਲਤਾਨ ਰਾਈ ਜਾਂ ਸੁਧੀਰ ਵਰਗੇ ਮਤਲਬ ਐਕਟਰ ਹੁੰਦੇ ਸੀਗੇ, ਤੇ ਉਹ ਐਕਟਰ ਮਤਲਬ ਕਿ ਉਹਦੀ ਵੀ ਕਮੀ ਹੈ। ਬਹੁਤ ਜ਼ਿਆਦਾ ਕਮੀ ਹੈ ਕੋਈ। ਮੈਂ ਹੁਣ ਮੈਨੂੰ ਲੱਗ ਰਿਹਾ ਕਿ ਮੇਰੇ ਬੱਚੇ ਵੀ ਜਵਾਨ ਹੋ ਜਾਣਗੇ ਨਾ ਤੇ ਇਹ ਓਪਨ ਨਹੀਂ ਹੋਣ ਲੱਗਾ, ਕਿਉਂਕਿ ਕੁਝ ਵੀ ਨਹੀਂ ਨਜ਼ਰ ਆ ਰਿਹਾ ਸਾਨੂੰ ਇੱਥੇ। ਕਿਉਂਕਿ ਗਵਰਨਮੈਂਟ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ। ਇਹ ਆਪਣੀ ਹਰ ਚੀਜ਼ ਵਿੱਚ ਇੱਕ ਕਰੋਨਾ ਪਾ ਦਿੰਦੇ ਨੇ, ਹਾਲਾਂਕਿ ਹੈਗਾ ਨਹੀਂ। ਇਹਨਾਂ ਨੇ ਕੋਈ ਵੀ ਕੰਮ ਕਰਨਾ ਹੈ ਨਾ, ਇਹਨਾਂ ਤੇ ਪਾ ਦੇਣਾ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ ਲਓ। ਇਹ ਗਲਤ ਕਰਦੇ ਪਏ ਨੇ, ਬਹੁਤ ਗਲਤ ਕਰਦੇ ਪਏ ਨੇ। ਸਾਨੂੰ ਇਹ ਚੀਜ਼ੋਂ ਖੁਦ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਓਪਨ ਕਰਕੇ ਦੇਣ ਇਹਨਾਂ ਨੂੰ, ਇਹਨਾਂ ਦਾ ਕਾਰੋਬਾਰ ਜਿਹੜਾ ਰੋਜ਼ਗਾਰ ਹੈਗਾ ਇਹਨਾਂ ਦਾ ਚੱਲੇ। ਕਿਉਂਕਿ ਇੱਥੇ ਇੱਕ ਬੰਦੇ ਦਾ ਨਾ ਢਿੱਡ ਨਹੀਂ ਚੱਲਦਾ ਪਿਆ ਇੱਥੇ। ਇੱਥੇ ਹਜ਼ਾਰ ਬੰਦੇ ਐਸੇ ਹੈਗੇ ਨੇ ਕਿ ਜਿਹੜੇ ਇਹ ਕਾਰੋਬਾਰ ਕਰਦੇ ਪਏ ਨੇ ਇੱਥੇ ਬੋਤਲਾਂ ਵਾਲਾ ਵੀ ਹੈਗਾ, ਇੱਥੇ ਵੱਡਿਆਂ ਦਾ ਸੈਟਅਪ ਤੇ ਇੱਕ ਸਾਈਡ ਤੇ ਹੈਗਾ ਨਾ, ਇੱਥੇ ਛੋਟੇ ਮੋਟੇ ਪੈਮਾਨੇ ਦੇ ਬੰਦੇ ਵੀ ਉਹ ਭੁੱਖੇ ਮਰ ਗਏ ਨੇ। ਮੈਂ ਤਾਂ ਖੁਦ ਆ ਕੇ ਦੇਖਿਆ ਕਿ ਤੇ ਹਾਂਡੀਆਂ ਪਕਾ ਕੇ, ਤੇ ਉਹ ਜਿਹੜਾ ਇਹਨਾਂ ਦਾ ਮੈਨੇਜਰ ਹੁੰਦਾ ਵੱਡਾ ਤੇ ਸੈਟਅਪ ਹੈਗਾ, ਉਹ ਤੇ ਹਾਂਡੀਆਂ ਪਕਾ ਕੇ ਇਹਨਾਂ ਨੂੰ ਰੋਟੀਆਂ ਖਵਾ ਰਿਹਾ। ਇਸ ਤਰ੍ਹਾਂ ਤੇ ਨਹੀਂ ਨਾ ਹੁੰਦਾ। ਗੌਰਮੈਂਟ ਇਹ ਥੋੜ੍ਹਾ ਬਹੁਤਾ ਸੋਚਣ ਇਹਨਾਂ ਦੇ ਬਾਰੇ 'ਚ। ਭਾਈਆਂ ਨੇ ਬੜੀ ਸੋਹਣੀ ਗੱਲ ਕੀਤੀ ਹੈ, ਔਰ ਇਸ ਤਰ੍ਹਾਂ ਦੀ ਸੂਰਤ ਹਾਲ ਹੈਗੀ ਹੈ। ਹੁਣ ਅਸੀਂ ਇੱਥੇ ਤੁਹਾਡੇ ਕੋਲੋਂ ਟੀਵੀ ਤੇ ਫਿਲਮ ਦੇ ਬੜੇ ਮਸ਼ਹੂਰ ਆਰਟਿਸਟ ਵੀ ਹੈਗੇ ਨੇ, ਰਾਸ਼ਿਦ ਮਹਿਮੂਦ ਸਾਹਿਬ, ਅੱਜ ਉਹਨਾਂ ਕੋਲੋਂ ਪੁੱਛਾਂਗੇ ਇਹਦੀ ਕੀ ਵਜੂਹਾਤ ਹੈ। ਇਹ ਇਸ ਤਰ੍ਹਾਂ ਪਹਿਲੇ ਤਾਂ ਨਹੀਂ ਹੋ ਸਕਦੇ, ਇਹਦੀ ਗੌਰਮੈਂਟ ਦਾ ਫਾਲਟ ਹੈ ਜਾਂ ਕਿਹਦਾ ਫਾਲਟ ਹੈ, ਅਸੀਂ ਉਹਨਾਂ ਕੋਲ ਜ਼ਰਾ ਪੁੱਛਦੇ ਹਾਂ। ਆਓ ਚਲੀਏ। ਲੋ ਨਾਜ਼ਰੀਨ, ਅਸੀਂ ਬੜੇ ਸਾਡੇ ਸੀਨੀਅਰ ਆਰਟਿਸਟ ਟੀਵੀ ਤੇ ਫਿਲਮ ਦੇ, ਔਰ ਤੁਸੀਂ ਇਹਨਾਂ ਨੂੰ ਵੇਖਦੇ ਰਹਿੰਦੇ ਹੋ। ਮਾਸ਼ਾਅੱਲਾ ਇਹਨਾਂ ਨੇ ਬੜੀਆਂ ਅੱਛੀਆਂ ਫਿਲਮਾਂ 'ਚ ਵੀ ਕੰਮ ਕੀਤਾ, ਡਰਾਮਿਆਂ 'ਚ ਵੀ ਕੰਮ ਕੀਤਾ। ਅੱਜ ਇਹਨਾਂ ਨੂੰ ਪੁੱਛਦੇ ہیں ਇਹਦੀ صورت حال کی ہے کہ ਇਹਦੀ ਕੀ وجہ ہے کہ سلمیہ دے ایسی صورت حال آن پہنچی ہے۔ دیکھیں، خرابیاں جب ہوتی ہیں نا کسی بھی ملک میں، کسی بھی سیٹ اپ میں، تو اس میں موسٹلی ہم جو ایلیگیشنز ہیں وہ ڈکٹیٹرز پہ لگاتے ہیں۔ میری تاریخ میں ایسا ہی ہوا ہے۔ حکومتیں آتی ہیں، بدلتی ہیں، کبھی کوئی کبھی کوئی کبھی کوئی۔ ان میں کچھ کمیٹڈ لوگ ہوتے ہیں جو سچ مچ اپنے ملک، اپنی زمین سے جڑے ہوتے ہیں، اور وہ سارا کچھ جو ہے وہ اپنی اس نیشن اور اپنی اس جنم بھومی جو زمین پہ وہ پیدا ہوئے، جہاں ان کے آباد دفن ہے، اس کے لیے کرتے ہیں۔ لیکن اس میں بعض ادوار میں ایسے لوگ بھی آتے ہیں جو صرف اپنے سروائیول کے لیے اس میں وقت گزار جاتے ہیں، اور اس کے آفٹر افیکٹ اس نیشن کو بھگتنے پڑتے ہیں۔ ہم آج کہتے ہیں کہ یہ برباد ہو گیا، یہ تو ایک کورونا کے بعد کی بات ہے نا، جس پہ زیادہ آفٹر افیکٹ آ گئے، اور وہ ہمارے ہاں نہیں، ساری دنیا میں آئے ہیں۔ یہ بہت بڑی وبا ہے، لیکن اللہ کا فضل ہے کہ میرے ملک میں جو پریکاشنز رکھے گئے، حالانکہ لوگوں نے بڑی ہی بے احتیاطی کی، اس طرح نہیں عمل کیا جس طرح کرنا چاہیے انہیں، لیکن اس کے باوجود اللہ کے فضل کرم سے میرے ملک میں اس کے آفٹر افیکٹ کی ریشو بہت کم ہے۔ تو یہ ایک بلیسنگ اللہ کی طرف سے۔ اب ہم آ جاتے ہیں کہ یہ خرابیاں آپ کا سینما کی بدحالی۔ میرے ملک کے جتنے روٹ سے کوئی ایک ایسا مجھے بتا دے، بجلی کے حوالے سے، کسی اور ڈپارٹمنٹ کے حوالے سے، کسی طرح کے مارکیٹوں کے حوالے سے، پلازاز کے حوالے سے، اسٹیج کے حوالے سے، ٹیلی ویژن انڈسٹری کے حوالے سے، فلم تک آ جائیے، ہر جگہ آج اس قدر ابتلا کا دور ہے، اس قدر برے حالات ہیں جیسے اس سے پہلے کبھی بھی نہیں ہوئے۔ اس کی ذمہ داریاں ہم موسٹلی جو لوگ ہیں وہ حکومتوں پہ ڈالتے ہیں۔ جب بکرے کا گوشت 300 روپے کلو ہوتا تو ہم لیتے تھے نا سارے، آپ بھی لیتے تھے، میں بھی لیتا تھا، آپ بھی لیتے تھے۔ اس کے بعد وہ 600 کا ہو گیا، ہم پھر بھی لیتے رہے۔ 600 سے 900 کا ہو گیا، ہم نے پھر بھی لے لیا۔ 900 سے 1200 کا ہو گیا، ہم نے پھر بھی۔ اب 1400 روپے کا بک رہا ہے، چھوڑ دیا ہم نے۔ مر جائیں گے گوشت نہیں کھائیں گے تو، گلے شکوے ہو رہے۔ ارے مت لو نا۔ انگلینڈ میں ڈبل روٹی کی قیمت 1 پنس پڑی تھی، ساری نیشن نے کہا کہ نو، ہم نہیں کھائیں گے، انہوں نے اگلے دن سے کھانی چھوڑ دی۔ آج بھی اس کی قیمت وہی ہے جب اس ایونٹ میں کتنا سال ہر سال ہو گئے۔ کچھ چیزیں جو ہے مافیاز کے خلاف سارا کچھ حکومتوں نے نہیں کرنا، ہمیں بھی من حیث القوم کرنا ہے، ہمیں بھی اپنی ذمہ داریوں کے حوالے سے کرنا ہے۔ ہمارے ہاں جو کچھ ہوتا ہے ہم احتجاج ہی نہیں کرتے۔ ٹماٹر 300 روپے کلو بکے اس ملک میں ریڑھیوں پہ بھی،
अब 100 रुपये में 5 किलो मिल रहे हैं, और बेहतरीन टमाटर, उसकी तारीफ कोई नहीं कर रहा है। ये जो मिल रहा है, अदरक 800 रुपये तक बिकी यहाँ। अब आप ये सारे का सारा अमल आप छोड़ दो ना। गोश्त वाले की दुकान पे 3 दिन लटके हैं उसके बकरे, आपके पैरों पे बैठ जाएगा, खुदा का वास्ता ये इसमें। हमें कुछ डिसीजंस खुद भी लेने हैं, रब के पास नहीं जाना। आप जो मांगता है कोई, आप उसको दे के आते हो, और जितनी चीज़ दिल करता है लेके आते हो। उन लोगों का सोचिए जो बेचारे अफोर्ड ही नहीं करते, ये मजदूर है वो सारे के सारे। आपकी इन कबाहतों की वजह से जो ये लोग हैं, ये जो सारे इसमें एहतजाज नहीं कर रहे, एहतजाज तो वही करेगा ना जो भूखा होगा बेचारा, जिसके बच्चे के पास दूध नहीं है, डबल रोटी नहीं है, रोटी नहीं है, उसका एहतजाज सुनने वाला है कोई नहीं। मदारियों की नेशन हो गए हम 72 वर्ष में, अपने अपने सर्वाइवल, अपनी अपनी दानश्वरी, अपने अपने गिमिक्स कि मैं सबसे आला और वो मैं मुबल्लिग हूँ और कर मैं वही भी। ਮੂਸਾ ਪਹਿਲੇ ਤੇ ਮਤਲਬ ਇੱਕ ਗੱਲ ਤੁਹਾਨੂੰ ਦੱਸੋ ਨਾ ਕਿ ਪਹਿਲੇ ਇੱਥੇ ਫਿਲਮਾਂ ਜਿਹੜੀਆਂ ਲੱਗਦੀਆਂ ਸੀਗੀਆਂ ਸਿਨੇਮੇ ਭਰੇ ਹੁੰਦੇ ਸੀਗੇ ਤੇ ਮਤਲਬ ਕੋਈ ਆਰਟਿਸਟ ਵੀ ਮਤਲਬ ਐਸੇ ਸਾਡੇ ਪੈਦਾ ਹੋਏ ਨੇ ਹਬੀਬ ਸੁਲਤਾਨ ਰਾਈ ਸੁਧੀਰ ਜਿੱਥੇ ਮਤਲਬ ਫਿਲਮਾਂ ਦਾ ਆਪਸ 'ਚ ਮੁਕਾਬਲਾ ਹੁੰਦਾ ਸੀ ਲੇਕਿਨ ਹੁਣ ਜਿਹੜੇ ਨਵੇਂ ਆਰਟਿਸਟ ਆਏ ਇਹਨਾਂ ਨੇ ਵੀ ਕੁਝ ਕੀਤਾ ਜਾਂ नहीं ਕੀਤਾ। देखिए, सबसे पहले तो फिल्म इंडस्ट्री की बर्बादी पे आते हैं ना, बात वहाँ से शुरू करते हैं कि ये बर्बाद हुई क्यों। मेरे मुल्क में फिल्म जो है वो सबसे आसान और सस्ता ज़रिया था एंटरटेनमेंट का, कि आदमी जो बेचारा सारी दिन की मजदूरियों के तार से सुबह एक टिकट लेता था और अपनी उस मोनोटनी को वहीं छोड़ के एक रिलैक्स मूड में अपने घर चले जाता था अगले दिन की मजदूरी की। अपने काम पे वो उनको फ़ख्र था। दाव या शॉर्टकट्स या इस तरह की एफिलेशनें नहीं हुआ करती। अब मेरे मुल्क ਤੁਸੀਂ ਵੀ ਤਾਂ ਮਾਸ਼ਾਅੱਲਾ ਜਦੋਜਹਿਦ ਕਰਕੇ ਆਏ ਹੋ। की मैं तो 60 साल की पॉलिटिकल लाइफ के बाद आज यहाँ मौजूद हूँ। बहुत कबाहत है, मेरी भी सराउंडिंग है, लेकिन मैंने तो नहीं किया होगा। अपने काम पे करते हैं कि अल्लाह बेहतर करेगा, बेहतर करेगा, बेहतर करेगा। जो आफ्टर इफेक्ट मेरी अच्छाइयों के बाद भी नहीं मुझे मिल रहे थे, मैं सब्र करता रहा। अल्टीमेटली मेरे रब ने मुझे सारा कुछ। हमें खुद भी अमल करना है। ये ठीक है कि हुकूमत तो इनको पकड़ता कोई नहीं है, ये जो महंगाइयाँ कर रहे, गोश्त बिक रहा है, रोज़ सुनते ये रेट लिस्ट है फलां की, ये फलां है, फलां फिजिकल इम्प्लीमेंट्स है कोई नहीं, तो पकड़ो ना उनको जाके। एक कहता है कि जी मैं फलां जगह से ये लेके आया हूँ चीज़, फलां वो जो थोक का आउटलेट है वहाँ से मैंने ख़रीदी है, तो मुझे तो ये चीनी वहाँ से इतनी 110 रुपये किलो के हिसाब से मिली। उसको पकड़े साथ, उसको कोई चल कहाँ से लेके, पहले तो रसीद दिखाना, पर चल वहाँ, उसके बाद जाके उसको पकड़े कि तूने भाई जब ये रेट इसका ये है हुकूमत ने, तू 110 कैसे होलसेल में बेच रहा है। वो जवाब देगा कि जी मैं फलां मिल जो है उनसे, वो जो उनके डिस्ट्रीब्यूटर या जो उनके ठेकेदार है उनसे लेके आया, उस पर रसीद है, हाँ जी है, चल आ जा। उस चोरों की नानी को पकड़ो। ये मदारियों की तरह ये गरीबों पे और इन पे इनकी ज़िंदगी अजीरन मत करें, अमली इक़दाम करें। मेरे मुल्क में फिल्म में भी यही हुआ। सेंसर बोर्ड में पता नहीं कौन कौन आके बैठ गया, जिसके बाप दादा के वजूद में रब ने एस्थेटिक्स नहीं डाली हुई जमालियत है, उसको उन्होंने शोबों पर बिठा दिया। सिनेमे वीरान हो गए। सिनेमा की अब बात कर ले, ये तो सिनेमा जिसमें हम यहाँ बैठे, ये तो बड़ा कदीम सिनेमा है और इस सिनेमा की एक हिस्ट्री है। मरहूम अख्तर शेख साहब, मेरा इस सिनेमा की बिल्डिंग में 35 बरस से मेरा ऑफिस है यहाँ। मैं बड़ा बाखबर, अल्लाह उनको ग़रीक़ रहमत करे, बड़े नफीस कमिटेड आदमी। सिनेमे में लोग सिफारिश करते थे हमको फ़ोन करके कि यार राज साहब फलां शो की हमें 4 टिकटें लेके दे। अब इधर फिल्म लगी है तो अंदर 13 बंदे नहीं बैठे हुए। ये सारी बर्बादियाँ हमने खुद की है, उसमें कोई अकेला नहीं, बहुत सारे लोग हैं। फिर हमारे डायरेक्टर्स ने, वो भी इस क्राइम में शामिल हैं, हर नहीं कुछ ने फिल्मों के ठेके करने शुरू कर दिए। जैसे कराची में या किसी और हाउसिंग सोसाइटियों में फ्लैट्स बनते हैं ना, तो वो किसी को तो पता नहीं होता, टीप टाप ऊपर से बहुत अच्छा। वो हमारे टर्मिनोलॉजी पंजाबी च कहते ना, इकट्ठ दे मसाले नाल वो फ्लैट बनाते थे ना, इकट्ठ दे मसाले नाल फिल्मां ठेके ते बनानी शुरू कर दी थी।
उसके आफ्टर इफेक्ट है बर्बादी हुई। दुश्मन जो हमारे मुसलमानों को जीने नहीं दे रहा है, हमारे कश्मीर को जिसने दुनिया की सबसे बड़ी जेल बना दिया, हम उनसे रिश्तेदारियां निकाले बैठे हुए पैसों के लिए, और करोड़ों डॉलर जो है वो उस फिल्म के अगेंस्ट उनको देते। उन्होंने फिल्म को बंद कर दिया। आज मुझे बताएं कहाँ है वो सनी प्लेक्सेस? वो लोग कमिटेड लोग नहीं है, उनको सिर्फ अपना पैसा रुपया, वो किनारे छोड़कर ना उनका मुल्क है, उनके गम जो है वो पाकिस्तान देता है, और खुशियां लेके वो यहाँ से बाहर कोई अमेरिका निकल जाता है, कोई इंग्लैंड निकल जाता है। कभी तो बिल्डिंगें तो अपनी थी नहीं, लाखों हर रुपए के किराए पे वो ले ली, लाखों इन्वेस्ट कर दिया और अरबों इस छोटे से टेनोर में कमा लिया वहां से। अब जब वो इंडियन फिल्म बंद हो गई, अब पाकिस्तानियत आई, तो सारे उखाड़ उखड़ के चले गए। मेरा ख्याल है इस वक्त पूरे पाकिस्तान में शायद 100 सिनेमा है, बल्कि सिनेमा से और थिएटर तकरीबन एक ही बराबर में, चूँकि पंजाब आर्टिस्ट प्रोड्यूसर जो थिएटर एसोसिएशन का पैटर्न इन चीफ भी, इसलिए मेरे इनमें ये फैक्शन फिगर होते। तो फिल्म के ये जो आफ्टर इफेक्ट आपको देख, ये जो पुराने कदीम सिनेमा थे, या तो इसको नई टेक्नोलॉजी से आरास्ता करते तो सर्वाइव करता। अब वो वाली मशीनों वाली वेस्ट्रेक्स और वो वाला दौर जो है वो नहीं, अब तो एक चिप चलती है और क्रिस्टल क्लियर फिल्म जो है वो दुनिया भर में देखी जाती है। उसमें बहुत सारी वजूहत है, लेकिन लगे हुए हैं बच्चे। अब कुछ फिल्में रेडी बनी पड़ी हैं। बिलाल लाशारी की द लेजेंड ऑफ मौला जट रेडी है, सैयद नूर साहब की फिल्म तेरे बाजरे दी राखी रेडी है, दिल्ली गेट फिल्म जो है वो रेडी है, और एक फिर कराची की कुछ फिल्में ऑलरेडी उसने कहाँ लगाए उनको, जिन्होंने उस पर अपनी एनर्जी अपना रुपया इन्वेस्ट किया। अरे किस सिनेमा में लगाऊं मैं इसको जाके, ये जो मैं, तो अब ये मुझे लग रहा है कि और जो हालात चल रहे हैं इस मुल्क में, ये सिनेमा थिएटर वेटर का कॉन्सेप्ट चैनल वैनल ख़त्म हो जाएगा। ये जो वाइड मीडिया आया है उसमें जो भी एक पॉजिटिव एटीट्यूड से किसी तहरीक को लेके अपना एक यूट्यूब या किसी दूसरे हवाले से अपना पेज बनाता है, तो वो दुनिया में भी सक्सेसफुल हो जाता है और अल्लाह के यहाँ भी पसंदीदा और मकबूल है, क्योंकि वो उस माशरे से, उस सेटअप से, उन क्रिमिनल से, उन नॉन कमिटेड पर्सन से हट के उसने कहा नहीं मैं इनमें शामिल नहीं, तो उसने अपना कुछ किया ना। तो अब कुछ हो रहा है सर्वाइवल, बस दुआ करें कि हुकूमत कोई पहले तो फिल्म इंडस्ट्री को तस्लीम करे कि ये कोई इंडस्ट्री है। ਮੂਵੀਆਂ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਔਰ ਇਹ ਉਹ ਆਰਟਿਸਟ ਨੇ ਜਿਨ੍ਹਾਂ ਦਾ ਫਿਲਮ ਇੰਡਸਟਰੀ ਦੇ ਵਿੱਚ ਬੜਾ ਪਸੀਨਾ ਹੈਗਾ, ਆਪਣਾ ਪਸੀਨਾ ਇਹ ਜਜ਼ਬ ਕੀਤਾ ਹੈ, ਤੇ ਉਹਨਾਂ ਨੇ ਉਹ ਗੱਲਾਂ ਕੀਤੀਆਂ ਹੋਈਆਂ ਜਿਹੜੇ ਹਕੂਮਤ ਦੇ ਵਕਤ ਨੂੰ ਸੋਚਣੀਆਂ ਚਾਹੀਦੀਆਂ। ਇਹ ਗਰੀਬ ਦੀ ਤਫਰੀ ਸੀ ਜਿਹੜੀ ਖਤਮ ਹੋ ਗਈ ਹੈ, ਲੇਕਿਨ ਪੁੱਛਣ ਵਾਲਾ ਕੋਈ ਨਹੀਂ, ਬਰਸਰ ਇਕਤਦਾਰ ਬੈਠਣ ਵਾਲੇ ਨੂੰ ਵੀ ਹੋਸ਼ ਨਹੀਂ ਕਿ ਇਹਨਾਂ ਨੂੰ ਵੀ ਅਸੀਂ ਜਿਹੜੀ ਗਰੀਬ ਦੀ ਤਫਰੀ ਉਹਨੂੰ ਖਤਮ ਕਰ ਰਹੇ ਹਾਂ, ਉਹਦੇ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ। ਤੇ ਇਹ ਉਹ ਆਰਟਿਸਟ ਨੇ ਜਿਹੜੇ ਉਹ ਕਾਬੂ ਕਰਨਾ ਚਾਹੁੰਦੇ ਨੇ, ਲੇਕਿਨ ਹਕੂਮਤ ਦੇ ਵਕਤ ਨੂੰ ਕੋਈ ਪਤਾ ਨਹੀਂ। ਇਹ ਸੋਚਣ ਦੀ ਗੱਲ ਹੈ ਨਾਜ਼ਰੀਨ, ਇਹ ਦੱਸਣ ਜਿਹੜੇ ਇਕਤਦਾਰ 'ਚ ਬੈਠੇ ਨੇ, ਇਹ ਗਰੀਬ ਦੀ ਜਿਹੜੀ ਤਫਰੀ ਸੀ ਕਰਦਾ ਸੀਗਾ, ਉਹ ਕਿੱਥੇ ਜਾਏਗਾ, ਉਹ ਵਿਚਾਰਾ ਕਿੱਥੇ ਜਾਏਗਾ। ਜਿੱਥੇ ਇੱਥੇ ਦੇ ਇੰਡਸਟਰੀ ਦੇ ਵਿੱਚ ਤੇ ਸੈਲਮੀਆਂ ਦੇ ਵਿੱਚ ਰਸ਼ ਹੁੰਦਾ ਸੀ, ਲੋਕੀ 5 ਰੁਪਏ ਦੀ 10 ਰੁਪਏ ਦੀ ਟਿਕਟ ਖਰੀਦ ਕੇ 15 ਰੁਪਏ ਦੀ 20 ਰੁਪਏ ਦੀ ਤਫਰੀ ਕਰ ਲੈਂਦੇ ਸੀ। ਤੇ ਹਮੂਦ ਸਾਹਿਬ ਤੁਹਾਡੇ ਕੋਲ ਅਸੀਂ ਆਖਰੀ ਸਵਾਲ ਪੁੱਛਾਂਗੇ, ਇਹ ਗਰੀਬ ਦੀ ਤਫਰੀ ਕਦੋਂ ਬਹਾਲ ਹੋਏਗੀ, ਇਹਦੀ ਕੋਈ ਉਮੀਦ ਹੈ ਸਾਨੂੰ, ਦੱਸੋ। ਜਦੋਂ ਮੇਰਾ ਸਾਰਾ ਕੁਝ ਬਹਾਲ ਹੋ ਜਾਏਗਾ, ਜਦੋਂ ਮੇਰਾ ਗਰੀਬ ਜਿਹੜਾ ਨਾ, ਕਿਉਂਕਿ ਮੈਜੋਰਟੀ ਸਾਡੇ ਗਰੀਬਾਂ ਦੀ, ਅਸੀਂ ਗਰੀਬ ਹੀ ਆ, ਸਾਰੇ ਮਜ਼ਦੂਰ ਆ ਸਾਰੇ, ਸਾਡੇ ਕੋਲੇ ਪਿਓ ਦਾਦੇ ਸਾਡੇ ਲਈ ਜਾਇਦਾਦਾਂ ਚੱਕ ਕੇ ਗਏ ਨੇ, ਜਾਂ ਅਸੀਂ ਕਿਹੜੇ ਬੈਂਕਾਂ ਤੋਂ ਲੋਨ ਲੈ ਕੇ ਨੱਸ ਗਏ, ਜਾਂ ਅਸੀਂ ਕੋਈ ਲੋਕਾਂ ਦਾ ਆਰਟਿਸਟ बेचारा तो बड़ा ही लतीफ़ शख्स होता है, वो तो भूखा भी हो तो किसी को बताता नहीं। बड़े बड़े लिखण गाने लिखण वाले सीगे, मतलब हैगा हबीब जालव वर्गे, या हाँ अहमद राही वर्गे, वकील शफाई साहब, नाजिश काश्मीरी साहब, वारिस लुधियानवी साहब, सैफुद्दीन सैफ जैसे, लेकिन तस्लीम फाजली साहब, ये बदतमीजी बेहूदगियों का दौर आ गया, गैरत डिलीट हो गई है पैसे के लिए। तो हम सबको दूसरों के एहतसाब की बजाय अपने अपने गिरबानों में देखना है और अपना एहतसाब करना है। खुद एहतसाबी जो है वो इर्तिका का सबसे बड़ा जेस्चर है। हम सारी ज़िंदगी दूसरा ये क्या कर रहा है, वो क्या कर रहा है, और मैंने देखा ही नहीं कि मुझे ज़िंदगी में क्या करना है। दूसरों पे करते करते
फ़कीर अल्लाह मियाँ के पास पहुँच गए, हकीकत पसंद हो जाएंगे। हमारा रिलीजन जो है ना, इस्लाम जो है, वो अमल का दीन है, ज़बानी जमा फ़र्ज का नहीं है। उसमें कुरान में जो कुछ फरमा दिया गया वो सारे का सारा मेरे नबी आखिर ज़माने अपने अमल से 40 बरस नबूवत नहीं थी, दिखाया उन्हें। और नबी नबूवत नहीं भी मिली थी तो उनसे पूछा गया, उन्होंने कहा मैं अगर इस पहाड़ी पे खड़ा होकर यह कहूँ कि इधर दुश्मन आ रहा तो उन्होंने कहा मान ले। अमल का दीन है। हम जो एक्ट कर नहीं रहे उसका रिएक्ट ढूंढने निकले हुए, जो अमल में कर ही नहीं रहा उसका अजर कैसे मिलेगा। मेरा अमल अच्छा होगा, मुझे उसका आफ्टर इफेक्ट, उसका क्रेडिट जो है वो अच्छा ही। अब मैं अच्छा कर नहीं रहा और मैं कह रहा हूँ कि मैं अल्लाह का पुत्र हूँ, मेरा बार मैं बच जाऊँ। जो मैंने बीजना है मुझे वो काटना, मुझे दुनिया में भी हिसाब देना है। और अपने आप को अपने अंदर जो मेरे अंदर राशन महमूद, अब रोज़ मुझसे रात को हिसाब मांगते हैं। आप सब ने वो देना है, सबके अंदर जो जो कोई है वो उनसे पूछता हूँ, लेकिन हम उसको ਤੁਹਾਡੇ ਕੋਲ ਇਹ ਪੁੱਛਾਂਗੇ ਕਿ ਦੁਨੀਆ ਦੇ ਵਿੱਚ ਸਾਰੇ ਇਹ ਜਿਹੜੀ ਤਫਰੀਹ ਜਾਂ ਸਲਮਾ ਇਹ ਸਾਰੇ ਦੇਖਦੇ ਨੇ ਕਰਦੇ ਨੇ। ਇੱਕ ਸਾਡੇ ਪਾਕਿਸਤਾਨੀ ਬਦਕਿਸਮ ਮੁਲਕ ਹੈ ਜਿਹਨੇ ਮਤਲਬ ਇੰਨੇ ਅੱਛੇ ਆਰਟਿਸਟ ਪੈਦਾ ਕੀਤੇ, ਫਨਕਾਰ ਪੈਦਾ ਕੀਤੇ, ਲਿਖਾਰੀ ਪੈਦਾ ਕੀਤੇ, ਉਹ ਸਾਰੇ ਮਤਲਬ ਉਹ ਥੱਲੇ ਚਲੇ ਗਏ ਨੇ। देखिए भाई, जब टोटल मेरी गुफ्तगू में कि पैसे ने मार दिया सारे का सारा। मुसीबत ये होगी कि मदारियों के हथ आ गया, घुस बैठी है जिन्होंने कहते ना कि मेरा मुल्क मुख्तलिफ अदवार च लगातार उनके हथ आ जाता है। ਹੁਣ ਜਿਸ ਬੰਦੇ ਦੇ ਅੰਦਰ ਰੱਬ ਨੇ ਉਹ ਸਲਾਹੀਅਤ ਨਹੀਂ ਪਾਈ, ਉਹ ਦਾਅ ਲਾਉਣ ਨਿਕਲਿਆ ਰੱਬ ਦੇ ਆਪਣੇ ਅਮਲ ਨਾਲ, ਉਹ ਆਪਣੇ ਉਸ ਜਗ੍ਹਾ ਤੇ ਨਹੀਂ ਪਹੁੰਚਿਆ, ਉਹਦੇ ਕੋਲੋਂ ਤੁਸੀਂ ਕੀ ਤਵੱਕੋ ਕਰੋ। ਉਹ ਵਹੀ ਕਹੇਗਾ, ਉਹਦੇ ਸ਼ਊਰ 'ਚ ਹੀ ਨਹੀਂ, ਉਹ ਗੱਲ ਉਹਨੂੰ ਪਤਾ ਹੀ ਨਹੀਂ। ਉਹਨੂੰ ਇਹ ਪਤਾ ਹੈ ਕਿ ਮੈਂ ਸੇ ਆਪਣੇ ਕਈ ਲੋਕਾਂ ਨੂੰ ਜਾਣਦਾ ਜਿਹੜੇ ਆਪਣੇ ਕਿ ਯਾਰ ਬੱਚੇ ਮਾਸ਼ਾਅੱਲਾ ਤੇਰੇ ਬੜੇ ਲਾਇਕ ਨਿਕਲਦਾ ਜੀ, ਇੱਕ ਨੂੰ ਕਸਟਮ 'ਚ ਕਰਾਉਣਾ, ਇੱਕ ਨੂੰ ਮੈਂ ਪੁਲਿਸ 'ਚ ਕਰਾਉਣਾ ਤੇ ਇੱਕ ਨੂੰ ਮੈਂ ਵਕੀਲ ਜਾਂ ਡਾਕਟਰ ਬਣਾਉਣਾ ताकि घर दी मेरी काबीना हो जाए, मैनू जिंदगी च कुछ। आपको बच्चों की स्किल को बीइंग ए मुस्लिम, बीइंग ए इंसान, पॉजिटिव एटीट्यूड से सिखाएं। उनकी स्किल डिस्कवर होती तो उसको ये कहें कि बेटा ये जो स्किल तेरे मसलन तू फलां शोबे में जाना चाहता तो उस पर गौर कर, अपनी एजुकेशन में ये कर। ਫਨਕਾਰੀ ਕੀਤੀ ਤੁਸੀਂ ਵੀ ਆਪਣੇ ਮਤਲਬ ਚਿਹਰੇ ਦੇ ਨਾਲ ਪੋਜੀਸ਼ਨ ਚੇਂਜ ਕੀਤੀ, ਦਿਖਾਇਆ ਲੋਕਾਂ ਨੂੰ। ਲੇਕਿਨ ਸਾਡੇ ਜਿਹੜੇ ਆਰਟਿਸਟ ਆਏ, ਜੋ ਦੂਸਰੇ ਆਏ, ਉਹਨਾਂ ਨੇ ਇਹ ਕੰਮ ਨਹੀਂ ਕੀਤਾ, ਉਹ ਸਿਫਾਰਸ਼ੀ ਆਏ। ਤੁਹਾਡੀ ਗੱਲ ਠੀਕ ਹੈ, ਪੈਸੇ ਨਾਲ ਆਏ ਜਾਂ ਆਪਣੀ ਵਾਲਦਾ ਦੀ ਵਜ੍ਹਾ ਨਾਲ ਆਏ, ਜਿਹਨਾਂ ਦੀ ਆਵਾਜ਼ ਹੀ ਨਹੀਂ ਨਿਕਲਦੀ, ਆਵਾਜ਼ ਦੇ ਨਾਲ ਲੋਕਾਂ ਦਾ ਤਾਸੁਰ ਨਹੀਂ ਪੈਦਾ ਹੁੰਦਾ, ਉਹ ਪੇਸ਼ ਨਹੀਂ ਕੀਤਾ। ਇਹ ਵੀ ਵਜ੍ਹਾ ਹੋ ਸਕਦੀ। देखो हुजूर के किसी के आबा अगर किसी भी शोबे में नाम रखते हैं और उनका आगे खानवादा जो है वो उस तसलसल को डिग्निटी और वकार से और मल्टीप्लाई करके अगर निभाता है तो उसमें क्या कबाहत है। अलमिया और मुसीबत ये है कि यहाँ वो घुसपैठियों का राज हो गया जिनके पास पैसे भी हैं, वसाइल भी हैं और साहिब अख्तियार भी हैं। चैनल से भी उनकी एफिलेशन है, पंटर जहाँ से उनको करोड़ों रुपए वो बनाने के लिए मिलते हैं वो भी हैं, सारे के सारे इश्तिहार भी है, सब कुछ है। मैं ज़िंदगी में, मुझे 50 बरस के बाद प्राइड ऑफ परफॉर्मेंस इस हुकूमत से मिला था, तो मुझे खुशी तो हुई कि चलो अवाम तो मुझे प्यार करते हैं, मानते हैं, तो साहिब इक़्तिदार के नहीं यार एक बेहतर और मुअज़्ज़ज़ बंदा। तो अल्लाह का शुक्र है मैं ज़िंदगी ची हुकूमती सतह पर भी मुअज़्ज़ज़ हो गया, नहीं तो मैं मरन तो पहले उसे अगले जहान गैर मुअज़्ज़ज़ जाना। आप शॉर्टकट से किसी भी जगह पर जब आएंगे ना, टेनोर भी शॉर्टकट होता है। लॉन्ग लाइफ आपकी कंट्रीब्यूशन, आपका वो आउटपुट है जो आपने अपने शोबे में दी, वो आपकी प्रोफाइल है, वो आपका मेडल है, वो है। मेरे दुध वर्गे चिट्टे वाल ने तो 40 सालों तो तुम मैं मुंडे के पार्ट च भी दे दो तो मैं थानू मिनट च मना के पैसे भी लेना तो मना भी लेना कि मैं मुंडा हूँ। ये काम जो है ये रब की अता है। इसको जो जितना भी पाक साफ ईमानदारी से करेगा अल्लाह मियाँ उसके उस अता को मल्टीप्लाई करता चला। ਤੁਸੀਂ ਹਰ ਰੋਲ ਦੇ ਵਿੱਚ ਲੋਕਾਂ ਨੂੰ ਦੱਸਿਆ। अल्लाह का शुक्र है, अल्लाह का शुक्र। असल में ਅਸੀਂ ਆਪਣੇ ਵੱਡਿਆਂ ਦੀਆਂ ਗੱਲਾਂ ਸੁਣਨੇ ਹੁੰਦੇ ਸਾਂ। ਅੱਜ ਦਾ ਬਾਲ ਆਪਣੇ ਅੱਬੇ ਦੀ ਨਹੀਂ ਸੁਣਦਾ ਤੇ ਮੇਰੀ ਕਿਤੋਂ ਸੁਣੇਗਾ। ਅਲਮੀਆ ਟੈਕਨੋਲੋਜੀ ਨੇ
दूर करते हैं एक दूसरे नाल इस टैक्नोलॉजी को ये तो एक दुनिया च डिस्कवर हुई कि ताड़ी स्किल्स जी तुहानू इस तरह मैंने मौका नहीं मिले लो मैं तुहानू मीडिया दिता जी हुण इत्थे अपनी स्किल दो इत्थे लोग जो कुछ करते हैं तुहानू भी पता तो मैनू भी पता अल्लाह चंगियां करेगा कोई ऐसी नया साड़ी जी हुकूमत है जो कुछ इन्हां ਇਹਨਾਂ ਨੂੰ ਕੁਝ ਕਹੋਗੇ ਘੁੰਮਣ ਨੂੰ? कहते रही था मुझे अल्लाह मियाँ से ज़्यादा डर लगता है बाकी बातें मैंने इस उम्र च हुण की डरना होना और कितना कि मैं जी लेंदा मैं सारी हयाती नहीं डरिया तो हुण काहदे वास्ते डरां ਅੱਜ ਕੱਲ੍ਹ ਬਾਬਾ ਨਜ਼ਮੀ ਨਾਲ ਤੁਹਾਡੀ ਬੜੀ ਯਾਰੀ ਹੈ। मेरा यार है जी प्रोग्रेसिव आदमी मेरी जिंदगी का साथी है वो मेरी 56-57 साल की रफाकत है मेरे सामने ही बाबा बनया सी वो पहले तो हीरो असीं नूं कहंदे हुंदे सां हीरो लेकिन वो उसने क्या दुनिया में अपनी शनाख्त सब कॉन्टीनेंट में है मेरे पड़ोस में इधर भी तो मेरा सचमुच का यार है जी बाबा तो हुजूर अनवर रल मिल के है दुआ भी करो तो अमल भी करो तो अल्लाह बेहतरियाँ कर देगा ये हुकूमत जी आई है ਇਹਦੀ ਆਈਡੀਓਲੋਜੀ ਨੂੰ ਲੋਕਾਂ ਨੇ ਵੋਟ ਦਿੱਤੇ ਸਨ ਸਾਡੇ ਲਈ ਹੈਰਾਨਗੀ ਦੀ ਗੱਲ ਸੀ ਕਿ ਯਾਰ ਜਿਹੜੇ ਕਰਪਟ ਖਾ ਪੀ ਜਾਂਦੇ ਨੇ ਉਹਨਾਂ ਨੂੰ ਫੜਾਂਗੇ ਉਹ ਇੱਥੇ ਤਾਂ ਫੜੇ ਨਹੀਂ ਅੱਜ ਤੱਕ ਕਿਸੇ ਨੇ ਲੇਕਿਨ ਮੁਸੀਬਤ ਇਹ ਹੈ ਕਿ ਉਹ ਜਿੰਨੀਆਂ ਸਾਰੀਆਂ ਗੱਲਾਂ ਕਹੀਏ ਕਿ ਖਾਨ ਸਾਹਿਬ 2.5-3 ਸਾਲ ਤੇ ਮੁੱਕ ਗਏ ਨੇ ਸਾਨੂੰ ਦਿਖਾਓ ਵੀ ਤਾਂ ਸਹੀ ਨਾ ਜਿਹਦੇ ਵਾਸਤੇ ਅਸੀਂ ਤੁਹਾਨੂੰ ਵੋਟ ਦਿੱਤਾ ਸੀ ਤੇ ਘਬਰਾਉਣਾ ਵੀ ਨਹੀਂ ਤੇ ਹੁਣ ਤੇ ਕਦੀ ਕਦੀ ਦਿਲ ਕਰਦਾ ਥੋੜਾ ਜਿਹਾ ਇਕੱਲੇ ਬਹਿ ਕੇ ਘਬਰਾ ਵੀ ਲਵੋ ਤੇ ਕੋਈ हरज नहीं है खान साहब ब्रेव आदमी मैं हूँ भी यानी दावे नाल कह सकना कि उस आदमी की ज़िंदगी वो तो शहजादों की तरह अल्लाह ने ऊपर से बना के भेजा हुआ था उनका क्रिकेट का टर्नओवर जो है पढ़ाई का टर्नओवर जो है बड़ी डिग्निटी और बड़ा ग्रेसफुल और इंटरनेशनल लेवल पे 22 बरस की जद्दोजहद है उस शख्स की फिर ये आके उसकी आइडियोलॉजी जो है वो लोगों ने कंसिडर की लेकिन मेरी गुजारिश है कि उनके साथियों में से भी बेशुमार ऐसे ਸੋ ਇੱਕ ਛੋਟਾ ਜਿਹਾ ਤੁਹਾਡੇ ਕੋਲ ਅਖੀਰੀ ਸਵਾਲ ਪੁੱਛਾਂਗਾ ਅਲਮਰਾ ਦੇ ਵਿੱਚ ਬੱਚੇ ਆਰਟਿਸਟ ਡਰਾਮਾ ਆਰਟਿਸਟ ਟ੍ਰੇਨਿੰਗ ਲੈਂਦੇ ਨੇ ਤੇ ਉਹਨਾਂ ਦਾ ਉਹ ਵਿਚਾਰੇ ਕਹਿੰਦੇ ਨੇ ਕਿ ਸਾਨੂੰ ਇੱਥੇ ਟ੍ਰੇਨਿੰਗ ਦਿੰਦੇ ਨੇ ਅਸੀਂ ਕਰਦੇ ਵੀ ਹਾਂ ਸਾਰਾ ਕੁਝ ਅੱਗੇ ਸਾਡਾ ਮੁਸਤਕਬਲ ਕੋਈ ਨਹੀਂ ਹੈ ਇਹਦਾ ਕੀ ਵਜ੍ਹਾ ਹੈ ਇਹ ਥੋੜੀ ਜਿਹੀ ਸਾਨੂੰ ਦੱਸ ਦਿਓ अब जिस बच्चे को ट्रेनिंग वो दे रहा है जिन्होंने आप कोई नहीं जानता तो फिर उस बच्चा मुँह से आगे कट के आप इसको प्रॉपर जो रिक्वायर होता है किसी भी काम के लिए उस फिजिबिलिटी उस तरह के लोग रखें हमारे मिस कास्टिंग है जिसको जहाँ होना चाहिए वो वहाँ नहीं है जिसको डॉक्टर होना चाहिए वो इंजीनियर है जरा खरादी है वो क्रिएटर है ऐसे नहीं होता है हर काम के लिए रब ने और बड़ी पोटेंशियल है मेरे मुल्क में बड़ा बड़ा इस कदर ज़हीन बच्चे और इस कदर ज़हीन बुजुर्ग हैं जिन्होंने करते हैं हम ओन नहीं करते मोस्टली हम हमारी हुकूमतों की तवज्जो अपने सर्वाइवल पे होती है कि हम कैसे गुजर रहे जो बीच के जाएंगे आप तो कल उस शजर के नीचे जब नेशन में कोई बैठेगा तो फिर आपको दुआए खैर और याद करेगा ना ਮੂਸਾ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਸਾਡੇ ਨਾਜ਼ਰੀਨ ਨੂੰ ਇਹ ਬੜੀਆਂ ਸੋਹਣੀਆਂ ਇਹਨਾਂ ਨੇ ਗੱਲਾਂ ਕੀਤੀਆਂ ਨਿਚੋੜ ਕੱਢ ਦਿੱਤਾ ਜੇ ਇਹ ਨਿਚੋੜ ਨਾਜ਼ਰੀਨ ਤੁਸੀਂ ਸੋਚਣਾ ਤੇ ਸਮਝਣਾ ਕਿ ਇਹ ਸਾਡਾ ਫਾਲਟ ਕਿਉਂ ਆਇਆ ਇਹ ਕਿਉਂ ਇਸ ਤਰ੍ਹਾਂ ਜ਼ਵਾਲ ਪਜ਼ੀਰ ਹੋਈ ਇੰਡਸਟਰੀ ਕਿਉਂ ਇਹ ਸਲਮੇ ਜਿਹੜੇ ਰੌਣਕ ਹੁੰਦੇ ਮੁਬਾਰਕ ਸਲਮਾ ਮਹਿਫਿਲ ਸਲਮਾ ਮੈਟਰੋ ਸਲਮਾ ਰਤਨ ਸਲਮਾ ਹੈ ਇਹ ਕਿਉਂ ਇਸ ਤਰ੍ਹਾਂ ਹੋਏ ਇਹ ਸੂਰਤ ਹਾਲ ਤੁਹਾਨੂੰ ਸੋਚਣੀ ਪਵੇਗੀ ਲੋ ਨਾਜ਼ਰੀਨ ਅਸੀਂ ਨਵੇਂ ਮੌਜੂ ਨਾਲ ਨਵੇਂ ਤੁਹਾਡੇ ਨਾਲ ਪੇਸ਼ ਕਰਾਂਗੇ ਉਦੋਂ ਤੱਕ ਰੂਮੀਓ ਜ਼ਾਲਮ ਨੂੰ ਇਜਾਜ਼ਤ ਦਿਓ ਖੁਦਾ ਹਾਫਿਜ਼